ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੈ ਅਹਨਿ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸਿਫਤ ਖੁਸਾਮਾਂ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰੁ ਨਹਿ ਪਤਿਆਇਆ ਉਮਰਾਵੁ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਮਿਲ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰੁ ਨਹਿ ਪਤਿਆਇਆ ਉਮਰਾਵੁ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨ ਬੇਰਾ ਊਹਾ ਸਮ ਠਾਕੁਰ ਸਮਚੇਰਾ
ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੁਹਾਵਣੇ ਦੀਵਾਨ ਅੰਦਰ ਸੁਹਾਵਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ ਚੌਪਦੇ। ਇਹ ਪਾਵਨ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜਿਸ ਨੂੰ ਸੰਗੀਤ ਦੀ ਦੁਨੀਆ ਅੰਦਰ ਘਰ ਤੀਸਰੇ ਵਿੱਚ ਗਾਉਣ ਦੀ ਹਦਾਇਤ ਹੈ ਅਤੇ ਇਸ ਪਾਵਨ ਗੁਰਵਾਕ ਦੇ 4 ਪਦੇ ਹਨ। ਇਹ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 621 ਦੇ ਉੱਪਰ ਸ਼ੋਭਨੀਕ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨੁੱਖ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਕੁਝ ਫਰਜ਼ ਨੇ, ਉਹਨਾਂ ਫਰਜ਼ਾਂ ਦੀ ਪੂਰਤੀ ਕਰਨਾ ਵੀ ਮੇਰਾ ਇਸ ਜੀਵਨ ਦਾ ਮੁੱਖ ਮਕਸਦ ਹੈ, ਧਰਮ ਨੂੰ ਕਮਾਉਣਾ ਵੀ ਮੇਰੇ ਜੀਵਨ ਦਾ ਇੱਕ ਮੁੱਖ ਮਕਸਦ ਹੈ, ਤੇ ਇਸ ਤਰ੍ਹਾਂ ਮਨੁੱਖ ਨੇ ਧਰਮ ਦੀ ਦੁਨੀਆ ਦੇ ਅੰਦਰ ਵਿਕਾਸ ਕਰਦਿਆਂ ਹੋਇਆਂ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਹਿ ਤੇਤੀ। ਜਿਵੇਂ ਜਿਵੇਂ ਸਮਝ ਪਈ ਉਸ ਦੇ ਮੁਤਾਬਕ ਉਹਨਾਂ ਨੇ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਵੱਲੋਂ ਮਿਲੀਆਂ ਹੋਈਆਂ ਦਾਤਾਂ ਸਨ,
ਉਹਨਾਂ ਦਾਤਾਂ ਨੂੰ ਦਾਤਾ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ। ਕੋਈ ਚੰਦਰਮਾ ਦਾ ਪੁਜਾਰੀ ਬਣ ਗਿਆ, ਕੋਈ ਸੂਰਜ ਦਾ ਪੁਜਾਰੀ ਬਣ ਗਿਆ, ਕੋਈ ਹਵਾ ਦਾ, ਕੋਈ ਅੱਗ ਦਾ, ਕੋਈ ਧਰਤੀ ਦਾ, ਤੇ ਕੋਈ ਬਨਸਪਤੀ ਦਾ ਪੁਜਾਰੀ ਬਣ ਗਿਆ। ਕਿਸੇ ਨੇ ਪੰਛੀ ਨੂੰ ਭਗਵਾਨ ਮੰਨ ਲਿਆ, ਕਿਸੇ ਨੇ ਪਸ਼ੂ ਨੂੰ ਭਗਵਾਨ ਮੰਨ ਲਿਆ। ਇਸ ਤਰ੍ਹਾਂ ਭੋਲੀ ਭਾਲੀ ਲੋਕਾਈ ਜਿਹੜੀ ਸੀ, ਉਹਨਾਂ ਨੇ ਆਪਣਾ ਆਪਣਾ ਭਗਵਾਨ, ਆਪਣੇ ਆਪਣੇ ਭਗਵਾਨ ਦੇ ਨਾਮ ਤੇ ਆਪਣੇ ਆਪਣੇ ਭਗਵਾਨ ਦੇ ਅਸਥਾਨ ਮਿਥ ਲਏ, ਜਿਸ ਕਾਰਨ ਕਰਕੇ ਹਰ ਇੱਕ ਜਿਤਾਉਣਾ ਚਾਹੁੰਦਾ ਸੀ ਮੇਰਾ ਰੱਬ ਵੱਡਾ ਹੈ, ਜੋ ਮੈਂ ਨਾਮ ਜਪਦਾ ਹਾਂ ਉਹੀ ਸਹੀ ਹੈ, ਤੇਰਾ ਨਾਮ ਛੋਟਾ ਹੈ, ਤੂੰ ਗਲਤ ਜਪਦਾ ਹੈ। ਔਰ ਮਨੁੱਖ ਜਿਹੜਾ ਸੀ ਜਦੋਂ ਇਸ ਤਰ੍ਹਾਂ ਭਟਕਿਆ ਹੋਇਆ ਹੈ ਤੇ ਉਸ ਨੂੰ ਸੱਚ ਦੇ ਪੰਧ ਦੇ ਉੱਪਰ ਚਲਾਉਣ ਵਾਸਤੇ ਵਿੱਚ ਸਤਿਗੁਰ ਆਪ ਰੱਖਿਓਣ ਘਰ ਪ੍ਰਗਟ ਆਖ ਸੁਣਾਇਆ। ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਉਚਾਰਨ ਕੀਤੀਆਂ ਹੋਈਆਂ ਰਸਨਾਂ ਤੋਂ ਵਾਰਾਂ ਨੂੰ ਪੜ੍ਹਦੇ ਹਾਂ, ਔਰ ਭਗਤੀ ਲਹਿਰ ਦੇ ਵੇਲੇ ਵੀ ਇਹ ਗੱਲ ਪ੍ਰਚਾਰੀ ਗਈ ਕਿ ਪਰਮਾਤਮਾ ਇੱਕ ਹੈ। ਔਰ ਛੋਟੇ ਮੰਗਲ ਸਰੂਪ ਦੇ ਰਾਹੀਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਭਾਈ ਅਸਲ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਕਿਉਂਕਿ ਇਹ ਨਹੀਂ ਹੈ ਜੇ ਤ੍ਰੈ ਦੇਵਾਂ ਦੀ ਵੀ ਅਸੀਂ ਗੱਲ ਕਰਦੇ ਹਾਂ ਤੇ ਉਹ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਜੋ ਕੁਛ ਵੀ ਹੈ ਉਹ ਇੱਕ ਹੈ, ਇੱਕ ਓੰਕਾਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਜੋ ਇੱਕ ਰਸ ਵਿਆਪਕ ਹੈ। ਅਗਰ ਅਸੀਂ ਉਸ ਇੱਕ ਓੰਕਾਰ ਦੇ ਪ੍ਰੇਮ ਮਿਲਾਪ ਦੀ ਚਾਹਤ ਰੱਖਦੇ ਹਾਂ ਤੇ ਬੇਸ਼ੱਕ ਅਸੀਂ ਆਪਣੇ ਤੌਰ ਤੇ ਕਿੰਨੇ ਵੀ ਯਤਨ ਕਰੀ ਜਾਈਏ, ਕਿੰਨੀਆਂ ਵੀ ਚਲਾਕੀਆਂ ਚਤੁਰਾਈਆਂ ਜਿਹੜੀਆਂ ਉਹਨੂੰ ਅੰਜਾਮ ਦੇਈ ਜਾਈਏ, ਪਰ ਅਸੀਂ ਇਸ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰ ਪਾਵਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਸ ਇੱਕ ਓੰਕਾਰ ਦੇ ਨਾਲ ਸਾਂਝ ਬਣ ਜਾਵੇ, ਅਸੀਂ ਉਹਦੇ ਪ੍ਰੇਮ ਮਿਲਾਪ ਦੇ ਪਾਤਰ ਬਣ ਜਾਈਏ, ਤਾਂ ਫਿਰ ਸਾਨੂੰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਇੱਕ ਓੰਕਾਰ ਦੇ ਪ੍ਰੇਮ ਮਿਲਾਪ ਦੀ ਦਾਤ ਪ੍ਰਾਪਤ ਹੁੰਦੀ ਹੈ। ਔਰ ਜਿੰਨੀ ਦੇਰ ਤੱਕ ਇਹ ਦਾਤ ਪ੍ਰਾਪਤ ਨਾ ਹੋਵੇ, ਪ੍ਰਭੂ ਪਿਆਰੇ ਦੇ ਨਾਮ ਦੀ ਬਖਸ਼ਿਸ਼ ਪ੍ਰਾਪਤ ਨਾ ਹੋਵੇ, ਮਨੁੱਖ ਦੇ ਮਨ ਦੇ ਅੰਦਰ ਕਈ ਪ੍ਰਕਾਰ ਦੀਆਂ ਚਿੰਤਾਵਾਂ, ਝੋਰੇ, ਸਹਿਮ ਆਦਿ ਬਣੇ ਰਹਿੰਦੇ ਨੇ। ਜਦੋਂ ਤੱਕ ਮਨੁੱਖ ਪਰਮੇਸ਼ਰ ਨੂੰ ਛੱਡ ਕੇ ਉਸ ਦੀ ਪਸਾਰੀ ਹੋਈ ਮਾਇਆ ਦੇ ਮੋਹ ਵਿੱਚ ਗਲਤਾਨ ਰਹਿੰਦਾ ਹੈ, ਔਰ ਮਾਇਆ ਐਸਾ ਪ੍ਰਭਾਵ ਪਾਉਂਦੀ ਹੈ ਮਨੁੱਖ ਦੇ ਮਨ ਦੇ ਉੱਪਰ, ਔਰ ਜੋ ਇਹ ਵਿਕਾਰ ਨੇ ਅਸੀਂ ਗੱਲ ਕਰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਸ ਦਾ ਗ੍ਰਸਿਆ ਹੋਇਆ ਮਨੁੱਖ ਹਰ ਵੇਲੇ ਡਰਿਆ ਰਹਿੰਦਾ ਹੈ। ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਅਸੀਂ ਅਜੋਕੇ ਸਮੇਂ ਦੀ ਵੀ ਗੱਲ ਕਰ ਲਈਏ ਤੇ ਮਨੁੱਖ ਅੰਦਰੋਂ ਹੀ ਨਹੀਂ ਡਰਿਆ ਹੋਇਆ, ਬਲਕਿ ਬਾਹਰੋਂ ਵੀ ਡਰਿਆ ਹੋਇਆ ਹੈ। ਅਸੀਂ ਬਾਹਰੋਂ ਵੀ ਡਰੇ ਹੋਏ ਹਾਂ, ਅੰਦਰੋਂ ਵੀ ਡਰੇ ਹੋਏ ਹਾਂ। ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜਦੋਂ ਅਸੀਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਪੜ੍ਹਦੇ ਹਾਂ, ਦੇਵ ਸੰਸੈ ਗਾਂਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਓ। ਕਿ ਹੇ ਪ੍ਰਕਾਸ਼ ਰੂਪ ਵਾਹਿਗੁਰੂ ਅਕਾਲ ਪੁਰਖ ਜੀਓ, ਸਾਡੇ ਅੰਦਰੋਂ ਇਹ ਸਹਿਮ ਦੀ ਬਣੀ ਹੋਈ ਗੰਠ ਜਿਹੜੀ ਆ ਉਹ ਖੁੱਲ੍ਹਦੀ ਨਹੀਂ ਹੈ। ਅਸੀਂ ਬੁਰੀ ਤਰ੍ਹਾਂ ਨਰੜੇ ਹੋਏ ਹਾਂ। ਚਾਹੇ ਅਸੀਂ ਕਾਮ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਕ੍ਰੋਧ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਮਾਇਆ ਦੇ ਮੋਹ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਅਹੰਕਾਰ ਦੀ ਗੱਲ ਕਰਦੇ ਹਾਂ, ਚਾਹੇ ਈਰਖਾ ਸਾੜੇ ਦੀ ਗੱਲ ਕਰਦੇ ਹਾਂ, ਸੱਚਮੁੱਚ ਅਸੀਂ ਬੜੀ ਬੁਰੀ ਤਰ੍ਹਾਂ ਇਹਦੇ ਵਿੱਚ ਵੱਜੇ ਹੋਏ ਹਾਂ, ਨਰੜੇ ਹੋਏ ਹਾਂ। ਇਹ ਸਹਿਮ ਸਾਡੇ ਅੰਦਰੋਂ ਜਾ ਹੀ ਨਹੀਂ ਰਿਹਾ। ਔਰ ਇਸ ਸਹਿਮ ਨੂੰ, ਇਸ ਡਰ ਨੂੰ ਦੂਰ ਕਰਨ ਵਾਸਤੇ ਮਨੁੱਖ ਨੇ ਬੜੇ ਯਤਨ ਕੀਤੇ ਬਾਹਰੀ ਤੌਰ ਤੇ। ਕਈ ਵਾਰ ਮਨੁੱਖ ਭਰਮ ਨੂੰ ਧਰਮ ਸਮਝ ਲੈਂਦਾ ਹੈ। ਇਹਨੇ ਸੋਚਿਆ ਕਿ ਸ਼ਾਇਦ ਬਾਹਰੀ ਕਰਮ ਕਰਨ ਦੇ ਨਾਲ ਹੋ ਸਕਦਾ ਇਹ ਮੇਰੇ ਮਨ ਦੇ ਵਿੱਚੋਂ ਸਹਿਮ, ਇਹ ਸੰਸਾ ਜਿਹੜਾ ਉਹ ਖਤਮ ਹੋ ਜਾਵੇ, ਪਰ ਨਾ ਹੋਇਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸੰਸਾ ਨਾ ਜਾਏ, ਜਾਏ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸੰਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ
ਸ਼ਬਦ ਲਾਗੋ, ਹਰਸੋਂ ਰਹੋ ਚਿੱਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਵਜਾਏ। ਜਿਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਲਿਆ, ਉਹਨਾਂ ਦੇ ਮਨ ਦੇ ਅੰਦਰੋਂ ਇਹ ਚਿੰਤਾਵਾਂ, ਇਹ ਝੋਰੇ, ਇਹ ਸਹਿਮ ਜਿਹੜੀ ਬਣੀ ਹੋਈ ਗੰਢ ਸੀ ਜਿਹੜੀ ਉਹ ਖੁੱਲ ਗਈ। ਉਹਨਾਂ ਨੇ ਆਤਮਿਕ ਸਕੂਨ ਨੂੰ ਮਾਣਿਆ। ਪਰ ਜਿਨ੍ਹਾਂ ਨੇ ਇਸ ਗੱਲ ਨੂੰ ਵਿਸਾਰ ਛੱਡਿਆ, ਉਹਨਾਂ ਨੇ ਧਾਰਮਿਕ ਗ੍ਰੰਥ ਪੋਥੀਆਂ ਨੂੰ ਬੜਾ ਪੜ੍ਹਿਆ, ਬੜਾ ਵਿਚਾਰਿਆ, ਬੜਾ ਸੁਣਿਆ, ਪਰ ਅੰਦਰਲਾ ਖੇੜਾ ਫਿਰ ਵੀ ਨਾ ਬਣਿਆ। ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰੇਮ ਦੇ ਦਾਰ ਤੋਂ ਵੇ ਹੁਣੇ ਰਹਿ ਗਏ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਣਭਉ ਭਾਉ ਨਾ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੇ ਨਾ ਪਰਸੇ, ਦੇਵ ਸੰਸੇ ਗਾਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਓ। ਹਮ ਬਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਕਹੋ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ, ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਧਨ ਮੋਰੇ। ਇਹ ਜਿਹੜੇ ਬਣਿਆ ਹੋਇਆ ਸਹਿਮ ਹੈ, ਇਹ ਜਿਹੜਾ ਬਣਿਆ ਹੋਇਆ ਸੰਸਾ ਹੈ, ਇਹ ਕਿਹੜੀ ਵਿਧ ਦੇ ਨਾਲ ਸਾਡੇ ਅੰਦਰੋਂ ਖਤਮ ਹੋ ਸਕਦਾ ਹੈ? ਚਾਹੇ ਉਹ ਦੁਨਿਆਵੀ ਡਰ ਹੋਵੇ ਤੇ ਚਾਹੇ ਸਾਡਾ ਮਾਨਸਿਕ ਡਰ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮੁੱਖ ਵਾਕ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ। ਆਓ ਸਭ ਤੋਂ ਪਹਿਲਾਂ ਅਸੀਂ ਰਹਾਉ ਵਾਲੇ ਬੰਦ ਦੀ ਵਿਚਾਰ ਕਰਦੇ ਹਾਂ। ਮਿਲ ਪੰਚੋ ਨਹੀਂ ਸਹਸਾ ਚੁਕਾਇਆ, ਸਿਕਦਾਰੋ ਨਹਿ ਪਤਿਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਦੇ ਰਾਹੀਂ ਕਿਰਪਾ ਕਰਦੇ ਨੇ। ਅਬ ਢੂੰਡਣ ਕਤਹੋਂ ਨਾ ਜਾਈ, ਹੁਣ ਮੈਨੂੰ ਕੋਈ ਹੋਰ ਜਗ੍ਹਾ ਲੱਭਣ ਦੀ ਲੋੜ ਨਹੀਂ ਰਹੀ, ਹੁਣ ਮੈਨੂੰ ਕੋਈ ਹੋਰ ਆਸਰਾ ਪਰਨਾ ਲੱਭਣ ਦੀ ਲੋੜ ਨਹੀਂ ਰਹੀ। ਅਬ ਢੂੰਡਣ ਕਤਹੋਂ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ, ਜਦੋਂ ਤੋਂ ਮੈਨੂੰ ਧਰਤੀ ਦੇ ਮਾਲਕ ਗੁਰੂ, ਧਰਤੀ ਦੇ ਸਾਈਂ ਦੇ ਨਾਲ ਮਿਲਾਪ ਹੋ ਗਿਆ, ਸਾਂਝ ਬਣ ਗਈ ਹੈ ਔਰ ਜਾਣ ਪਹਿਚਾਣ ਹੋ ਗਈ ਹੈ। ਕਿਉਂਕਿ ਇਹ ਜਿਹੜਾ ਮੇਰੇ ਮਨ ਦਾ ਸੰਸਾ ਸੀ ਨਾ, ਇਹ ਮੇਰੇ ਮਨ ਦਾ ਜਿਹੜਾ ਡਰ ਸੀ, ਦੇਖੋ ਗੁਰਮੁਖੋ ਇੱਕ ਡਰ ਨਹੀਂ ਹੈ ਸਾਡੇ ਮਨ ਦੇ ਅੰਦਰ, ਪਤਾ ਹੀ ਨਹੀਂ ਕਿੰਨਿਆਂ ਕੁ ਡਰਾਂ ਨੇ ਘਰ ਕੀਤਾ ਹੋਇਆ। ਜਦੋਂ ਅਸੀਂ ਆਪਣੇ ਇਹ ਮਾਨਸਿਕ ਡਰ ਤੋਂ ਦੂਰ ਹੋਣ ਵਾਸਤੇ ਕੋਸ਼ਿਸ਼ ਕੀਤੀ ਕਿ ਹੋ ਸਕਦਾ ਇਹ ਮੇਰਾ ਸਹਿਮ, ਇਹ ਮੇਰਾ ਡਰ, ਇਹ ਜਿਹੜੇ ਮੇਰੇ ਵੈਰੀ ਨੇ ਜੋ ਨਿੱਤਾ ਪ੍ਰਤੀ ਮੇਰੇ ਅੰਦਰਲੇ ਆਤਮਿਕ ਗੁਣਾਂ ਨੂੰ ਲੁੱਟ ਰਹੇ ਨੇ, ਆਤਮਿਕ ਸੁੱਖ ਨੂੰ ਲੁੱਟ ਰਹੇ ਨੇ, ਇਹਨਾਂ ਕੋਲੋਂ ਖਹਿੜਾ ਛਡਾਇਆ ਜਾਵੇ। ਜਿਵੇਂ ਅਸੀਂ ਪੜ੍ਹਦੇ ਹਾਂ, ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਤੇ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ, ਦੇਖੋ ਮਾੜਾ ਮੋਟ ਕੋਈ ਸਾਡਾ ਝਗੜਾ ਬਖੇੜਾ ਹੋਵੇ ਨਾ, ਤੇ ਅਸੀਂ ਪਿੰਡ ਦੇ ਪੰਚਾਂ ਕੋਲ ਜਾਂਦੇ, ਕੌਂਸਲਰਾਂ ਕੋਲ ਜਾਂਦੇ ਹਾਂ, ਇਹ ਚੌਧਰੀ ਨੇ, ਇਹ ਸਾਨੂੰ ਇਨਸਾਫ ਦਿਵਾ ਦੇਣਗੇ। ਅਸੀਂ ਉਹਨਾਂ ਕੋਲ ਜਾ ਕੇ ਵੀ ਕਹਿੰਦੇ ਕਿ ਮੈਂ ਬੜਾ ਸਹਿਮਿਆ ਹੋਇਆ, ਮੈਂ ਬੜਾ ਡਰਿਆ ਹੋਇਆ, ਇਹ ਜਿਹੜੇ ਵਕਾਰ ਰੂਪੀ ਦੁਸ਼ਮਣ ਨੇ ਮੈਨੂੰ ਹਰ ਵੇਲੇ ਡਰਾਣੇ ਨੇ, ਤੁਸੀਂ ਇਹਨਾਂ ਤੋਂ ਖਹਿੜਾ ਛਡਵਾ ਦਿਓ। ਤੇ ਉਹਨਾਂ ਦਾ ਵੀ ਕੋਈ ਚਾਰਾ ਨਹੀਂ ਚੱਲਦਾ। ਜਿਵੇਂ ਦੁਨਿਆਵੀ ਤੌਰ ਤੇ ਕੋਈ ਝਗੜਾ ਬਖੇੜਾ ਹੋਵੇ, ਅਸੀਂ ਪੰਚਾਂ ਕੋਲ ਜਾਂਦੇ ਹਾਂ, ਉਹ ਕਹਿੰਦੇ ਨਹੀਂ ਜੀ ਸਾਨੂੰ ਦੋਵੇਂ ਤਰ੍ਹਾਂ ਇੱਕੋ ਜਿਹੀਆਂ, ਜੇ ਅਸੀਂ ਉਹਦੀ ਗੱਲ ਸੁਣਦੇ ਤੇ ਉਹ ਸਹੀ ਲੱਗਦਾ, ਤੁਹਾਡੀ ਗੱਲ ਸੁਣਦੇ ਤੇ ਤੁਸੀਂ ਸਹੀ ਲੱਗਦੇ ਹੋ। ਜਿਵੇਂ ਉਹ ਸਾਡਾ ਬਾਹਰੀ ਤੌਰ ਤੇ ਫੈਸਲਾ ਨਹੀਂ ਕਰਵਾ ਪਾਉਂਦੇ, ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਜਿਹੜਾ ਬਣਿਆ ਹੋਇਆ ਸਹਿਮ ਹੈ, ਡਰ ਹੈ, ਇਹਦੇ ਕੋਲੋਂ ਸਾਡੀ ਪਿੰਡ ਦੀ ਪੰਚਾਇਤ ਜਿਹੜੀ ਹੈ, ਚੌਧਰੀ ਜਿਹੜੇ ਨੇ, ਉਹ ਛੁਟਕਾਰਾ ਨਹੀਂ ਕਰਵਾ ਸਕਦੇ, ਸਾਨੂੰ ਇਨਸਾਫ ਨਹੀਂ ਦਿਵਾ ਸਕਦੇ। ਸਿਕਦਾਰੋ ਨਹਿ ਪਤਿਆਇਆ। ਫਿਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਚਲੋ ਜੇ ਇਹ ਪੰਚਾਂ ਨੇ ਮੇਰਾ ਕੁਝ ਨਹੀਂ ਸਵਾਰਿਆ, ਜੇ ਪੰਚਾਇਤ ਮੇਰਾ ਕੁਝ ਨਹੀਂ ਸਵਾਰ ਸਕੀ, ਇਹ ਚੌਧਰੀ ਕੌਂਸਲਰ ਕੁਝ ਨਹੀਂ ਮੇਰਾ ਸਵਾਰ ਸਕੇ, ਤੇ ਜਿਹੜੇ ਮੇਰੇ ਇਲਾਕੇ ਦੇ, ਮੇਰੇ ਪਿੰਡ ਦੇ, ਮੇਰੇ ਕਸਬੇ ਦੇ ਸਿਰ ਕੱਢ ਲੋਕ ਨੇ, ਜਿਨ੍ਹਾਂ ਦਾ ਕੋਈ ਬੋਲ ਬਾਲਾ ਹੈ ਸਰਕਾਰੀ ਦਰਬਾਰੇ, ਮੈਂ ਉਹਨਾਂ ਦੇ ਕੋਲ ਜਾਣਾ ਹੈ। ਉਹ ਫਿਰ ਉਹਨਾਂ ਦੇ ਪਾਸ ਜਾਂਦਾ ਹੈ ਔਰ ਜਾ ਕੇ ਸਾਰਾ ਆਪਣੇ ਮਨ ਦਾ ਰੋਣਾ ਰੋਂਦਾ ਹੈ ਕਿ ਦੇਖੋ ਜੀ ਮੈਂ ਪਰੇਸ਼ਾਨ ਹਾਂ, ਫਲਾਣਾ ਵਿਅਕਤੀ ਮੈਨੂੰ ਦੁਖੀ ਕਰ ਰਿਹਾ,
मैं पिंड की पंचायत नाल भी गल कीती है, हुण मैं तुहाडे पास आया है। तो उन्हां दे वल्लों भी कोशिश की जाती है केवल गोंगलूआं तो मिट्टी झाड़न की। वो भी कह देंदे ने ठीक है तू साडे कोल आ गया, असीं तैनूं जिहड़ा है वो इंसाफ दवावांगे, पर वो भी इंसाफ नहीं दवा पाउंदे। बंदा कोशिश करता है जिवें कोई आपे बने हुए आगू हुंदे ने, इंज कह लईए धर्म के ठेकेदार, कि तुसीं साडे कोल आओ, असीं तुहाडे ये डर नूं दूर कर सकते हाँ, असीं तुहानूं शब्द देवांगे 5 शब्दां दा, 7 शब्दां दा, 1 शब्द दा। बंदा फिर उस पासे नूं चलदा है। उन्हां दे कोल भी जदों जांदा है ते वो भी सानूं इंसाफ नहीं दवा पाउंदे, उन्हां दे फैसले ते भी साडा मन पतीजदा नहीं है, क्योंकि फैसला इस तरह का दे जांदे ने जिहदे नाल एक वार तां सानूं लगदा है कि शायद फैसला मेरे हक विच होया है, परंतु बाद विच असीं कहंदे नहीं वो बंदा भी नाल रलिया होया सी, मैनूं नहीं सी पता, मैं उहदियां गल्लां विच आ गया। उमरावो आगे चेरा। जदों फिर बंदे दी पेश कोई नहीं जांदी, पंचां दे विच, पिंड दे मुखी सरदार लोकां दे विच, फिर वो कोशिश करता है हुण मैनूं सरकारी दरबारे जाना चाहिए, हुण मैनूं हाकम जमात कोल जाना चाहिए। उन्हां दे कोल जाके भी वो तरह तरह दे रोने रोंदा है कि मेरे नाल बेइंसाफी हुई है, मेरे नाल हर समय वधीकी हुई है, मेरे मन दे विच डर बनिया होया है, वो दोबारा मेरे ते अटैक ना कर देण, मैं दोबारा उन्हां दी चोरी दा शिकार ना हो जावां, सारियां गल्लां करदा है। पहली तो गल गुरमुखो, हाकमां नूं मिलना बड़ा औखा हुंदा है, हाकम नूं मिलना बड़ा औखा हुंदा है। असल दे विच सियाणा हाकम, सियाणा राजा उही हुंदा है जिहड़ा प्रजा दे दुख नूं जाणे। जदों असीं महाराजा रणजीत सिंह जी दा राज पढ़दे हां, 1799 तो लैके 1839 तक, ये 40 साल का सिख राज जदों तुसीं आप इहदा अध्ययन करोगे ना, इस 40 साल के राज दे विच किसी धी भैन की इज्जत आबरू नहीं रुली, किसी व्यक्ति नूं दीनों बदीन नहीं किया गया, किसी नूं फाहे नहीं लगाया गया, बल्कि जिहदे नाल देश दा राज दा सिर नीवा होवे कोई भी इहो जी घटना नहीं वापरदी। और जिन्हां ने महाराजा रणजीत सिंह जी दे राज नूं पढ़िया है, वो अज भी कहते हैं कि इस तरह का एक बार सिख राज फिर आना चाहिए है। ठीक है, जदों अंग्रेज हुकूमत आई, अपने ढंग नाल उन्होंने इतिहास लिखवाया तो उहदे विच कई कुछ हो गया, एक वखरा विषय है। पर सच ये है, राजा वो हुंदा है जिहड़ा प्रजा दे दुख नूं जाणे, उन्हां दी मुश्किल नूं समझे। नहीं तो बहुती वारी असीं देखदे हैं, मैं मौजूदा समय की गल करां, एक नहीं है पता ही नहीं नेता प्रति किन्ने काले कानून जिहड़े ने वो पास कीते जांदे ने जां कीते जाने ने। ये नहीं है कि हुण बस हो गई है। अगर जे साडा किसान मजदूर भाईचारा कह रहा है कि ये 3 बिल किसान मारू ने, इन्हां नूं रद्द कर दिओ, सानूं ये नहीं चाहिए, तो जिहड़ा परिवार का सियाणा मैंबर हुंदा है, देखो साडे घर दे विच भी कोई गल होवे ना, बच्चे कह देण अपने माँ बाप नूं कि आह गल सानूं शोभदी नहीं, कहंदे चल तेरी मर्जी, असीं ते तेरा फायदा सोच रहे सी। कोई भी परिवार का सियाणा मैंबर, मुखी मैंबर नहीं चाहुंदा कि मेरे घर की गल बाहर जावे। चाहिदा तां इसे तरह सी, अगर जे किसान मजदूर कह रहे ने ਜਾਂ छोटे दुकानदार कह रहे हैं कि सानू एक कानून नहीं चाहिए, सरकार नूं रद्द कर देने चाहिए सी। पर अंदोलनकारियों की गल सुनने वास्ते कोई तैयार ही नहीं। जिहड़ी मैं गल कर रहा सी, हाकमां नूं मिलना कोई बहुता सौखा नहीं हुंदा। वो होर पासिआं नूं तां तुरे ने, परंतु
ਕਰੀਬ ਅੱਜ ਤੱਕ ਕਿੰਨਿਆਂ ਕਿਸਾਨਾਂ ਦੀ ਮੌਤ ਹੋ ਗਈ, ਉਹਦਾ ਕੋਈ ਮਨ ਦੇ ਅੰਦਰ ਸਹਿਮ ਨਹੀਂ, ਕੋਈ ਸੋਗ ਨਹੀਂ, ਕੋਈ ਉਹਨਾਂ ਦੀ ਗੱਲਬਾਤ ਨੂੰ ਸੁਣਨ ਵਾਸਤੇ ਤਿਆਰ ਨਹੀਂ। ਕੇਵਲ ਤੇ ਕੇਵਲ ਸਮਝਾਉਣ ਦੀ ਗੱਲ ਕੀਤੀ ਜਾਂਦੀ ਹੈ। ਔਰ ਜਿਹੜਾ ਹਾਕਮ ਹੈ, ਅਸੀਂ ਉਹਦੇ ਕੋਲ ਵੀ ਜਦੋਂ ਜਾਂਦੇ ਹਾਂ ਤੇ ਉਹ ਵੀ ਕੇਵਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ, ਬਲਕਿ ਇਨਸਾਫ ਨਹੀਂ ਦਿਵਾਵੇਗਾ। ਪਹਿਲੀ ਤੇ ਗੱਲ ਆਪਾਂ ਦੇਖਦੇ ਹਾਂ, ਪਹਿਲੀ ਵਾਰ ਹੈ ਕਿ ਦੇਸ਼ ਦੀ ਪ੍ਰਜਾ ਆਪਣੇ ਹੱਕ ਇਨਸਾਫ ਦੀ ਗੱਲ ਕਰ ਰਹੀ ਹੋਵੇ, ਦੇਸ਼ ਦੀ ਰਾਜਧਾਨੀ ਦੇ ਬਾਰਡਰ ਤੇ ਬੈਠੀ ਹੋਵੇ, ਸੜਕਾਂ ਤੇ ਬੈਠੀ ਹੋਵੇ, ਠੰਡ ਦੇ ਵਿੱਚ ਉਹਨਾਂ ਨੂੰ ਮਿਲਣ ਦੀ ਬਜਾਏ ਸੜਕਾਂ ਨੂੰ ਪੁੱਟਿਆ ਜਾਵੇ, ਸੜਕਾਂ ਦੇ ਵਿਚਕਾਰ ਕੰਕਰੀਟ ਦੀਆਂ ਕੰਧਾਂ ਬਣਾਈਆਂ ਜਾਣ ਔਰ ਵੱਡੇ ਵੱਡੇ ਕਿੱਲ ਗੱਡੇ ਜਾਣ ਜਾਂ 20-20 ਫੁੱਟ ਉੱਚੀਆਂ ਜਾਲੀਆਂ ਲਾਈਆਂ ਜਾਣ। ਬੜੀ ਹੈਰਾਨਗੀ ਜੀ ਵਾਲੀ ਗੱਲ ਹੈ, ਕਿਉਂਕਿ ਇਨਸਾਫ ਮੰਗ ਰਹੇ ਨੇ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਨੇ। ਔਰ ਜਿਹੜਾ ਹਾਕਮ ਹੈ, ਜਦੋਂ ਅਸੀਂ ਉਹਦੇ ਕੋਲ ਆਪਣੇ ਝਗੜੇ ਬਖੇੜੇ ਆਪਣੀ ਮੰਗ ਨੂੰ ਲੈ ਕੇ ਜਾਂਦੇ ਹਾਂ ਤੇ ਉਹ ਵੀ ਸਾਡੀ ਸੰਤੁਸ਼ਟੀ ਨਹੀਂ ਕਰਦਾ। ਉਹ ਵੀ ਕਹਿੰਦਾ ਹਾਂ ਇਹਨੂੰ ਮੈਂ ਇਉਂ ਨਹੀਂ ਐਉਂ ਕਰ ਦਿੰਦਾ ਹੈ, ਤੇਰੀ ਵੀ ਰਹਿ ਜਾਵੇ ਤੇ ਫਲਾਣੇ ਦੀ ਵੀ ਰਹਿ ਜਾਵੇ। ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਆਤਮਕ ਕਲੇਸ਼ ਬਣਿਆ ਹੋਇਆ ਹੈ, ਅੰਦਰੋਂ ਅਸੀਂ ਸਹਿਮੇ ਹੋਏ ਆ, ਡਰੇ ਹੋਏ ਆ, ਅਸੀਂ ਕਹੀਏ ਇਹਨੂੰ ਕਿਸੇ ਸਰਕਾਰੀ ਦਰਬਾਰੇ ਲੈ ਜਾਈਏ, ਉਹ ਸਹਿਮ ਡਰ ਨੂੰ ਦੂਰ ਕਰ ਦੇਵੇਗਾ, ਉਹ ਵੀ ਸਾਡੇ ਇਸ ਡਰ ਸਹਿਮ ਨੂੰ ਦੂਰ ਨਹੀਂ ਕਰ ਸਕਦਾ। ਮਿਲ ਰਾਜਨ ਰਾਮ ਨਬੇਰਾ। ਪਰ ਜਦੋਂ ਅਸੀਂ ਪ੍ਰਭੂ ਪਿਆਰੇ ਪਾਤਸ਼ਾਹ ਦੇ ਹਜ਼ੂਰ ਬੇਨਤੀ ਕਰਦੇ ਹਾਂ ਤੇ ਫਿਰ ਉਹ ਨਿਬੇੜਾ ਕਰਦਾ ਹੈ, ਉਹ ਹੱਕ ਸੱਚ ਦਾ ਫੈਸਲਾ ਕਰਦਾ ਹੈ। ਸਾਡੇ ਅੰਦੋਲਨਕਾਰੀ ਕਿਸਾਨ ਆਗੂਆਂ ਨੇ, ਕਮਿਊਨਿਸਟ ਵੀਰਾਂ ਨੇ, ਕਾਮਰੇਡ ਵੀਰਾਂ ਨੇ ਬੜੀ ਸਿਆਣਪ ਦੇ ਨਾਲ ਇਸ ਅੰਦੋਲਨ ਨੂੰ ਵਿੱਢਿਆ ਔਰ ਇਸ ਧੱਕੇਸ਼ਾਹੀ ਦੇ ਵਿਰੁੱਧ ਜੋ ਸਰਕਾਰ ਦੇ ਵੱਲੋਂ ਹੋਈ ਹੈ, ਕੱਲਾ ਇਹ ਨਹੀਂ ਹੈ ਕਿ ਉਹਦੇ ਵਿੱਚ ਕਮਿਊਨਿਸਟ ਨੇ, ਕਾਮਰੇਡ ਨੇ, ਬਲਕਿ ਉਹਦੇ ਵਿੱਚ ਸਾਡੀਆਂ ਕੁਝ ਹਿੰਦੂ ਜਥੇਬੰਦੀਆਂ ਵੀ ਨੇ, ਮੁਸਲਮਾਨ ਜਥੇਬੰਦੀਆਂ ਵੀ ਨੇ ਔਰ ਗੁਰੂ ਕਾ ਪੰਥ ਵੀ ਹੈ। ਚਾਹੇ ਅਸੀਂ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਚਾਹੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਜਾਂ ਸਾਡੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ, ਜਿਸ ਦਿਨ ਤੋਂ ਗੁਰੂ ਦਾ ਆਸਰਾ ਲੈ ਲਿਆ, ਗੁਰੂ ਦੇ ਹਜ਼ੂਰ ਅਰਦਾਸ ਕਰ ਲਈ ਔਰ ਇਸ ਸੰਘਰਸ਼ ਨੂੰ ਕਾਮਯਾਬੀ ਦਾ ਰਸਤਾ ਮਿਲਣ ਦੀ ਆਸ ਬੱਝ ਗਈ। ਔਰ ਜਦੋਂ ਤੱਕ ਅਸੀਂ ਧਰਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਅੱਗੇ ਵਧਾਂਗੇ, ਤਦੋਂ ਹੀ ਜਾ ਕੇ ਸਾਨੂੰ ਇਨਸਾਫ ਮਿਲ ਸਕਦਾ ਹੈ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਸਾਨੂੰ ਇਨਸਾਫ ਦਿਵਾ ਸਕਦਾ ਹੈ। ਪਰ ਜਦੋਂ ਅਸੀਂ ਕਈ ਵਾਰ ਇਹ ਗੱਲ ਕਰਦੇ ਧਰਮ ਨੂੰ ਪਿੱਛੇ ਰਹਿਣ ਦਿਓ, ਗੁਰਮੁਖੋ ਜਿਹੜਾ ਸਿੱਖ ਹੈ ਉਹ ਸਭ ਤੋਂ ਪਹਿਲਾਂ ਧਰਮ ਨੂੰ ਅੱਗੇ ਰੱਖਦਾ ਹੈ। ਪਹਿਲਾਂ ਧਰਮ, ਉਸ ਤੋਂ ਬਾਅਦ ਜਿਵੇਂ ਅਸੀਂ ਪੜ੍ਹਦੇ ਪਹਿਲਾਂ ਭਗਤੀ, ਪਿੱਛੋਂ ਸ਼ਕਤੀ। ਭਗਤੀ ਤੇ ਸ਼ਕਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ। ਔਰ ਦੂਸਰੀ ਗੱਲ, ਜੋਸ਼ ਤੇ ਹੋਸ਼ ਦੋਵਾਂ ਦਾ ਹੋਣਾ ਜ਼ਰੂਰੀ ਹੈ। ਨੌਜਵਾਨਾਂ ਕੋਲ ਜੋਸ਼ ਹੈ, ਬਜ਼ੁਰਗਾਂ ਦੇ ਕੋਲ ਹੋਸ਼ ਹੈ। ਜਦੋਂ ਜੋਸ਼ ਤੇ ਹੋਸ਼ ਦੋਵਾਂ ਦਾ ਸੁਮੇਲ ਹੋ ਜਾਂਦਾ ਹੈ ਤੇ ਦੁਨੀਆ ਦਾ ਕੋਈ ਵੀ ਮੋਰਚਾ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਫਤਿਹ ਨਾ ਹੋਵੇ, ਜਿਹੜਾ ਫਤਿਹ ਨਾ ਹੋਵੇ। ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਾਨੂੰ ਹੱਕ ਦਿਵਾਉਂਦਾ ਹੈ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਇਹ ਮੇਰੀ ਨਿੱਜੀ ਵਿਚਾਰ ਹੈ, ਮੇਰੀ ਨਿੱਜੀ ਵਿਚਾਰ ਹੈ ਤੇ ਮੈਂ ਆਪਣੀਆਂ ਵਿਚਾਰਾਂ ਕਿਸੇ ਤੇ ਥੋਪਦਾ ਨਹੀਂ ਹੁੰਦਾ। ਜੇ 26 ਜਨਵਰੀ ਨੂੰ ਨੌਜਵਾਨਾਂ ਨੇ ਕੇਸਰੀ ਝੰਡਾ ਬਲਕਿ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਹੈ ਤਾਂ ਕੋਈ ਏਡਾ ਵੱਡਾ ਗੁਨਾਹ ਨਹੀਂ ਸੀ ਹੋਇਆ। ਕਿਉਂਕਿ ਜਦੋਂ ਸਰਕਾਰਾਂ ਸਾਨੂੰ ਪੁੱਛਦੀਆਂ ਨੇ ਤੁਹਾਡੀ ਆਇਡੈਂਟੀ ਕੀ ਹੈ, ਤੁਹਾਡੇ ਵੱਡੇ ਵਡੇਰੇ ਇੰਡੀਆ ਦੇ ਰਹਿਣ ਵਾਲੇ ਸਨ, ਤੇ ਉਸ ਵੇਲੇ ਬਹੁਤ ਸਾਰੇ ਕਮੈਂਟ ਐਸੇ ਵੀ ਸਨ, ਇਹ ਗੱਲ ਸਿੱਖਾਂ ਨੂੰ ਨਾ ਪੁੱਛੋ, ਕਿਤੇ ਇਹ ਨਾ ਹੋਵੇ ਅਸੀਂ ਲਾਲ ਕਿਲੇ ਦੇ ਵਾਰਸ ਨਿਕਲ ਆਈਏ। 1783 ਦੇ ਵਿੱਚ ਜਥੇਦਾਰ ਸਰਦਾਰ ਬਘੇਲ ਸਿੰਘ ਝਬਾਲ
जस्सा सिंह आलूवालिया, सरदार जस्सा सिंह रामगढ़िया, सरदार चढ़त सिंह तथा इस खालसे पंथ ने केसरी निशान चलाया सी लाल किले के उपर। जे किते गुरु का खालसा केसरी निशान साहब ना चलाउंदा ते माफ करना, मैनू कह लैण देना, अज लाल किले ते तिरंगा ना झूलदा, तिरंगा ना झूलदा। साडी विरासत है। हर साल जदों दिल्ली फतेह दिवस मनाया जाता है, केसरी झंडे जिहड़े ने वो चढ़ाए जाते हैं। हुण मैं बेनती कर लगा सी, बहुत सारा साडा मीडिया, मेरे ख्याल बहुत सारिया ने किल किल के बयान दिते सी, किसी ना किसी ढंग नाल सिखां दी नस्लकुशी कराई जाए। बहुत सारे एंगां ने अपनियां पिंडां और पजामियां जड़ियां लपेटदियां होणीआं। इक्को ही मसला सी, किसी ना किसी ढंग नाल सिखां दे उपर उसे तरह का जुल्म कीता करवाया जाए जिवें नवंबर 1984 विच होया सी। और समझाउण दी जरूरत सी साडे आगूआं नूं भी। ये कहण दी जरूरत सी, तुहानूं किहा सी जोशीले खून दे उबाले नूं साਂਭਣਾ बड़ा औखा हुंदा है। अगर जे नौजवान गए उत्थे, वो क्यों गए, तुहाडी सिक्योरिटी की सी, पर फिर भी तुसी देखो उन्हां नौजवानों ने केसरी झंडा लहराया है, अपने धर्म का निशान लहराया है और वापस आ गए ने। पर असी दूषणबाजियां करनियां शुरू कीतियां। अज समा किसी ते दूषणबाजी करन दा नहीं, अज एकता की लोड़ है, इकत्तर होने की लोड़ है। और जदों असी धर्म नूं नाल ले चलांगे, क्योंकि किसान कल्ला सिख नहीं है, किसान हिंदू भी है, किसान मुस्लिम भी है, किसान क्रिश्चन भी है। ते उत्थे वख-वख धर्मां दे नाल संबंधित जिहड़े ने वो किसानां दे हक दे विच बैठे हुए ने। सरकारां दी ये पॉलिसी जरूर हुंदी है कि इहनूं एक धर्म का मुद्दा बनाया जाए, इहनूं दो कौमां का मुद्दा बनाया जाए, इन्हां नूं लड़ाया जाए आपस दे विच। सानूं बड़े सुचेत हो के रहण दी लोड़ है। समुचे हिंदू भाईचारे, समुचे सिख भाईचारे, तकरीबन मुस्लिम जां क्रिश्चन भाईचारे, मैं सारिआं नूं बेनती करांगा, गुरु रामदास जी दे घर दे वल्लों आपस दे विच सांझ बना के रखियो। इन्हां गलत पॉलिसियां का शिकार ना हो जाओ, गुरु किरपा करेगा। जदों वाहिगुरू अकाल पुरख सहाय हुंदा है, हुण उत्थे जिहड़े साडे हिंदू वीर बैठे हुए ने अंदोलनकारियां विच, वो राम राम जप रहे ने। जे मुस्लिम भाई ने वो 5 नमाज़ां अदा कर रहे ने जो अपने धर्म के मुताबिक, गुरु का खालसा कीर्तन कर रहा है, सतनाम वाहिगुरू का जाप कर रहा है। इस वास्ते सानू जदों साडा धर्म साडे नाल होवेगा ते कोई भी मसला अजिहा नहीं हुंदा जिहड़ा हल ना होवे, जिहड़ा सानू इंसाफ ना मिले। अज दे शब्द दे विच मेरे सतगुरु जी कह रहे ने, मिल राजन राम नबेरा। जदों असी उस प्रभु प्यारे दे हजूर बेनती कर लैंदे आ, वो साडा सारे झगड़े नूं जिहड़ा वो नबेड़ दिंदा है। अब ढूंढन कतहु ना जाई, हुण मैनू इधर उधर दे आसरे भालण दी लोड़ नहीं है। गोबिंद भेटे गुर गोसाई, जदों दे मैनू धरती दे मालक गुरु धरती दे साईं प्राप्त हो गए हैं, उन्हां दे नाल मेरा मिलाप हो गया है। रहाऊ विश्राम दे के सतगुरु कृपा करदे हन। आया प्रभ दरबारा, भाई जदों जीव इधर उधर भटकदा होया प्रभु प्यारे दे दरबार विच आ गया, बल्कि ओदी अंतर आत्मे सुरत जुड़ गए, तां सगली मिटी पुकारा। ते वाहिगुरु अकाल पुरख जी ने उसदे सिर दे उपर हथ रख दिता, ताहे कहां प्रवाह काहू की जाके बसीस धरियो गुर हथ। गुरु ने सिर ते हथ रख दिता कि पुत्रा हुण तू मेरे कोल आ गया है, हुण तेनू टेंशन लैण दी लोड़ कोई नहीं। कहंदे हुण मैनू किसी प्रकार दी कोई विलकना नहीं रह गई, क्योंकि मेरा मालक जिहड़ा है उन्हें मेरे सिर दे उपर हथ धर दिता है। हुण इत्थे आण के मेरियां सारियां पुकारां, सारे विरड़े जिहड़े सी वो खत्म हो गए हन। लबद अपनी पाई, आत्मक आनंद देने वाली वस्तु जिसनूं मैं लभ रिहा सी, ऐसी अवस्था नूं गुरु दे कोलों आके प्राप्त कर लिया। तां कत आवे कत जाई, ते फिर हुण मन जिहड़ा है क्यों किते आवे जां किते जावे,
ਬਲਕਿ ਇਹਨੂੰ ਸਹਿਜਤਾਈ ਦੀ ਪ੍ਰਾਪਤੀ ਹੋ ਗਏ। ਤਹ ਸਾਚ ਨਿਆਏ ਨਬੇਰਾ। ਵਾਹਿਗੁਰੂ ਅਕਾਲ ਪੁਰਖ ਜੀ ਘਰ ਦੇ ਵਿੱਚ, ਕਿਉਂਕਿ ਉਹ ਆਪ ਸੱਚਾ ਹੈ, ਉਹਦਾ ਤਖਤ ਸੱਚਾ ਹੈ ਤੇ ਉਹਦਾ ਹੁਕਮ ਵੀ ਸੱਚਾ ਹੀ ਹੁੰਦਾ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਕੋਈ ਪੜ੍ਹਿਆ ਲਿਖਿਆ ਵਿਅਕਤੀ ਗੁਨਾਹਗਾਰ ਹੈ ਤੇ ਇਹ ਨਹੀਂ ਹੈ ਕਿ ਉਹਦੀ ਥਾਂ ਤੇ ਕਿਸੇ ਭਲੇ ਪੁਰਖ ਨੂੰ ਮਾਰ ਦਿੱਤਾ ਜਾਵੇਗਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ, ਤੈ ਸਾਚ ਨਿਆਏ ਨਬੇਰਾ। ਊਹਾ ਸਮ ਠਾਕੁਰ ਸਮ ਚੇਰਾ। ਵਾਹਿਗੁਰੂ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਭਾਵੇਂ ਹਾਕਮ ਆ ਜਾਵੇ ਤੇ ਭਾਵੇਂ ਨੌਕਰ ਆ ਜਾਵੇ, ਉਹਦੀਆਂ ਨਜ਼ਰਾਂ ਦੇ ਵਿੱਚ ਦੋਵੇਂ ਇੱਕੋ ਜਿਹੇ ਨੇ। ਉੱਥੇ ਕਿਸੇ ਤਰ੍ਹਾਂ ਦੀ ਕੋਈ ਫਿਰਕਾ ਪ੍ਰਸਤੀ ਨਹੀਂ ਹੈ, ਬਲਕਿ ਉਹ ਦੋਹਾਂ ਦੀ ਗੱਲ ਨੂੰ ਸੁਣਿਆ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਅੰਤਰ ਜਾਮੀ ਜਾਣੈ। ਉਹ ਸਾਡੇ ਤਨ ਤੇ ਮਨ ਦੀ ਹਰ ਹਰਕਤ ਤੋਂ ਵਾਕਿਫ ਹੈ। ਔਰ ਜਦੋਂ ਅਸੀਂ ਉਹਦੇ ਕੋਲ ਚਲੇ ਜਾਂਦੇ, ਬੇਸ਼ੱਕ ਸਾਨੂੰ ਆਪਣੀ ਗੱਲ ਨਾ ਰੱਖਣੀ ਆਉਂਦੀ ਹੋਵੇ, ਜਿਵੇਂ ਆਪਾਂ ਵਕੀਲ ਰੱਖ ਲੈਂਦੇ ਆ, ਕੋਈ ਫੈਸਲੇ ਦਾ ਹੱਲ ਕਰਾਉਣਾ ਹੋਵੇ ਕਿ ਮੈਨੂੰ ਸਮਝ ਨਹੀਂ ਮੈਂ ਕਿਵੇਂ ਬੋਲਣਾ ਹੈ, ਮੈਂ ਕਿਵੇਂ ਗੱਲ ਕਰਨੀ ਹੈ, ਵਾਹਿਗੁਰੂ ਦੇ ਹਜ਼ੂਰ ਜਾ ਕੇ ਜਦੋਂ ਅਸੀਂ ਨਤਮਸਤਕ ਹੋ ਜਾਂਦੇ ਆ, ਸਮਰਪਿਤ ਭਾਵਨਾ ਨੂੰ ਅਪਣਾ ਲੈਂਦੇ ਆ, ਉਹ ਸਾਡੇ ਗੱਲ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਕਿ ਇਹ ਮੇਰੇ ਕੋਲੋਂ ਮੰਗਦਾ ਕੀ ਹੈ, ਇਹਦੇ ਨਾਲ ਕਿਵੇਂ ਵਧੀਕੀ ਹੋਈ ਹੈ, ਮੈਂ ਇਹਨੂੰ ਕਿਵੇਂ ਇਨਸਾਫ ਦੇਣਾ ਹੈ, ਇਹਦੀ ਜ਼ਿੰਦਗੀ ਵਿੱਚ ਕਿਵੇਂ ਆਨੰਦ ਆ ਸਕਦਾ ਹੈ। ਬਿਨ ਬੋਲਤ ਆਪ ਪਛਾਨੈ। ਬੰਦੇ ਦੇ ਬਿਨਾਂ ਬੋਲਿਆ ਹੀ ਉਹਦੀ ਅੰਦਰਲੀ ਅਵਸਥਾ ਨੂੰ ਉਹ ਪਹਿਚਾਨ ਲੈਂਦਾ ਹੈ। ਸਰਬ ਥਾਨ ਕੋ ਰਾਜਾ। ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਸਾਰਿਆਂ ਹੀ ਥਾਵਾਂ ਦੇ ਉੱਪਰ ਜਿਹੜਾ ਹੈ ਉਹ ਰਾਜਾ ਹੈ। ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਹੋਰ ਰਾਜਾ ਨਹੀਂ। ਰਾਜੇ ਦਾ ਅਰਥ ਹੁੰਦਾ ਰੱਜਿਆ ਹੋਇਆ, ਜਿਹੜਾ ਪ੍ਰਜਾ ਦਾ ਖੂਨ ਨਹੀਂ ਨਿਚੋੜਦਾ, ਤਰ੍ਹਾਂ ਤਰ੍ਹਾਂ ਦੇ ਟੈਕਸ ਆਦਿ ਕਾਨੂੰਨ ਬਣਾ ਕੇ। ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਪਰੰਤੂ ਜਿਹੜੀਆਂ ਦੁਨਿਆਵੀ ਹਕੂਮਤਾਂ ਨੇ, ਇਹਨਾਂ ਦੇ ਜਿਹੜੇ ਰਾਜੇ ਨੇ, ਉਹ ਤੇ 4 ਦਿਨ ਵਾਸਤੇ ਨੇ, ਪਤਾ ਨਹੀਂ 5 ਸਾਲ ਸਰਕਾਰ ਚੱਲਣੀ ਵੀ ਕਿ ਨਹੀਂ ਚੱਲਣੀ, ਪਰ ਉਹ ਦਮਜੇ ਜਿਹੜੇ ਨੇ ਉਹ ਵਧੇਰੇ ਮਾਰਦੇ ਨੇ ਕਿ ਜਿਵੇਂ ਅਸੀਂ ਸਭ ਕੁਝ ਕਰ ਲੈਣਾ ਹੈ। ਜਦੋਂ ਮਨੁੱਖ ਰਾਜ ਸਤਾ ਵਿੱਚ ਹੋਵੇ, ਉਹ ਦੂਸਰਿਆਂ ਨੂੰ ਦੀਨੋ ਬਦੀਨ ਕਰਦਾ ਹੈ, ਉਹਨਾਂ ਦੇ ਉੱਪਰ ਜ਼ੁਲਮ ਕਰਦਾ ਹੈ। ਇਸ ਵਾਸਤੇ ਸਮਝਣ ਦੀ ਲੋੜ ਹੈ, ਸਰਬ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ। ਫਿਰ ਉਸ ਦੇ ਹਿਰਦੇ ਵਿੱਚ ਅਨਹਦ ਸ਼ਬਦ, ਅਨਹਦ ਜੋ ਬਿਨਾਂ ਟਕਰਾਓ ਦੇ ਆਵਾਜ਼ ਪੈਦਾ ਹੋਵੇ ਨਿਰੰਤਰ, ਇਹ ਫਿਰ ਗੁਰੂ ਦੀ ਸਿਫਤ ਸਲਾਹ ਉਸ ਦੇ ਅੰਦਰ ਗੱਜਦੀ ਹੈ। ਤਿਸ ਪਹਿ ਕਿਆ ਚਤੁਰਾਈ। ਨਾ ਤੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਮਿਲਣ ਵਾਸਤੇ ਚਤੁਰਾਈ ਦੀ ਲੋੜ ਪੈਂਦੀ ਹੈ, ਨਾ ਅਸੀਂ ਚਤੁਰਾਈ ਦੇ ਨਾਲ ਮਿਲ ਸਕਦੇ ਹਾਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਤੇ ਨਾ ਅਸੀਂ ਆਪਣੀਆਂ ਚਲਾਕੀ ਭਰੀਆਂ ਗੱਲਾਂ ਦੇ ਨਾਲ ਉਹਨੂੰ ਭਰਮਾ ਸਕਦੇ ਹਾਂ। ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਭਰਮਾ ਸਕਦੇ ਹਾਂ, ਕਾਨੂੰਨ ਖਰੀਦੇ ਵੀ ਜਾਂਦੇ ਨੇ, ਪਰ ਰੱਬ ਦੇ ਘਰ ਦੇ ਵਿੱਚ ਉੱਥੇ ਸੱਚ ਦਾ ਫੈਸਲਾ ਹੁੰਦਾ ਹੈ। ਕਹਿੰਦੇ ਨੇ ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਜਾਣਾ ਹੈ ਤੇ ਬੰਦਿਆ ਆਪਣੇ ਮਨ ਦੀ ਚਲਾਕੀ ਚਤਰਾਈ ਨੂੰ ਛੱਡ ਕੇ ਜਾ। ਮਿਲ ਨਾਨਕ ਆਪ ਗਵਾਈ। ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਮੇਰੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਆਪ ਨੂੰ ਗਵਾ ਕੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਖਤਮ ਕਰਕੇ ਗੁਰੂ ਦੇ ਕੋਲ ਜਾ। ਪ੍ਰਭੂ ਪਿਆਰੇ ਦੇ ਹਜ਼ੂਰ ਜਾਂਦਿਆਂ ਹੀ ਤੇਰੀ ਬੇਨਤੀ ਸਵੀਕਾਰ ਹੋ ਜਾਵੇਗੀ, ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਬਣ ਜਾਵੇਗਾ ਔਰ ਤੇਰੀ ਜ਼ਿੰਦਗੀ ਦੇ ਅੰਦਰ ਆਨੰਦ ਬਣ ਜਾਵੇਗਾ। ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ, ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਕੁਝ ਸਮੇਂ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਦੀ ਆਰੰਭਤਾ ਹੋਈ ਹੈ, ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦੇ ਹਾਂ। ਬਿਲਾਵਲ ਚਰਨ ਕਮਲ ਜਾ ਕੈ ਹਿਰਦੈ ਬਸੈ, ਸੋ ਜਨ ਕਿਉ ਡੋਲੇ ਦੇਵ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 857 ਦੇ ਉੱਪਰ ਸ਼ੋਭਨੀਕ ਹੈ।
ਔਰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਚਰਨ ਕਮਲ ਜਾਗ ਕਾ ਹਿਰਦੇ ਵਸੈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਪਿਆਰੇ ਦੇ ਸੁਹਾਵਣੇ ਚਰਨ ਵਸ ਜਾਂਦੇ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਭਾਲ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਸਰੂਪ ਚਰਨ ਵਸ ਜਾਂਦੇ ਨੇ, ਸੋ ਜਨ ਕਿਉਂ ਡੋਲੇ ਦੇਵ। हे ਮੇਰੇ ਪ੍ਰਕਾਸ਼ ਰੂਪ ਵਾਹਿਗੁਰੂ ਅਕਾਲ ਪੁਰਖ ਜੀ, ਉਹ ਜੀਵ ਕਦੀ ਡੋਲਦਾ ਨਹੀਂ ਹੈ। ਮਾਨੋ ਸਭ ਸੁਖ ਨੌ ਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ। ਉਹ ਜਦੋਂ ਸਹਿਜਤਾਈ ਵਿੱਚ ਟਿਕੇ ਬੜੇ ਸਹਿਜ ਬੜੇ ਪਿਆਰ ਦੇ ਨਾਲ ਪ੍ਰਭੂ ਪਿਆਰੇ ਦੇ ਗੁਣ ਗਾਇਨ ਕਰਦਾ ਹੈ, ਤੇ ਮੰਨ ਲਓ ਉਹਨੂੰ ਇਹੋ ਪ੍ਰਤੀਤ ਹੁੰਦਾ ਹੈ ਜਿਵੇਂ ਉਹਨੂੰ ਸਾਰੇ ਸੁੱਖ ਮਿਲ ਗਏ ਹੋਣ, ਜਿਵੇਂ ਉਹਨੂੰ ਦੁਨੀਆ ਦੇ ਮਿਥੇ ਹੋਏ 9 ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ ਹੋਵੇ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਤਬ ਇਹ ਮਤ ਜਾਓ ਸਭ ਮਹਿ ਪੇਖੈ, ਕੁਟਲ ਗਾਂਠ ਜਬ ਖੋਲੇ ਦੇਵ। ਜਦੋਂ ਜੀਵ ਗੁਰੂ ਦੇ ਹਜ਼ੂਰ ਜਾਂਦਾ ਹੈ, ਗੁਰੂ ਉਹਨੂੰ ਸ਼ਬਦ ਦੀ ਦਾਤ ਬਖਸ਼ਦਾ ਹੈ, ਔਰ ਸ਼ਬਦ ਦੀ ਬਦੌਲਤ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸ਼ਬਦ ਦੇ ਮੁਤਾਬਕ ਜੀਵ ਚੱਲਣ ਲੱਗ ਪੈਂਦਾ ਹੈ, ਤਦੋਂ ਉਹਨੂੰ ਇਹ ਮੱਤ ਆ ਜਾਂਦੀ ਹੈ, ਸਮਝ ਆ ਜਾਂਦੀ ਹੈ ਕਿ ਹਰ ਜਗ੍ਹਾ ਤੇ ਵਾਹਿਗੁਰੂ ਅਕਾਲ ਪੁਰਖ ਵਸਦਾ ਹੈ। ਫਿਰ ਉਹ ਕਹਿੰਦਾ, ਬੁਰਾ ਭਲਾ ਕਹੋ ਕਿਸਨੋਂ ਕਹੀਏ ਸਗਲੇ ਜੀ ਤੁਮਾਰੇ। ਤਬ ਇਹ ਮਤ ਜਾਓ ਸਭ ਮੈਂ ਪੇਖੈ, ਕੁਟਲ ਗਾਂਠ ਜਬ ਖੋਲੇ ਦੇਵ। ਜਦੋਂ ਇਹ ਟੇਢੀ ਗੰਢ ਸਖਤ ਗੰਢ ਜਿਹੜੀ ਹੈ ਬੜੀ ਹੋਈ ਸਹਿਮ ਦੀ, ਗੁਰੂ ਸਾਡੇ ਅੰਦਰੋਂ ਖੋਲ ਦਿੰਦਾ ਹੈ। ਬਾਰੰਬਾਰ ਮਾਇਆ ਤੇ ਅਟਕੈ, ਲੈ ਨਰ ਜਾ ਮਨ ਤੋਲੇ ਦੇਵ। ਫਿਰ ਉਹ ਬਾਰ-ਬਾਰ ਬਲਕਿ ਹਰ ਵੇਲੇ ਸੁਚੇਤ ਵੀ ਰਹਿੰਦਾ ਹੈ, ਉਹ ਮਾਇਆ ਦੇ ਵੱਲੋਂ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਸੁਚੇਤ ਰਹਿੰਦਾ ਹੈ ਕਿ ਇਹ ਮੇਰੇ ਆਤਮਿਕ ਸਕੂਨ ਨੂੰ ਖੋਹ ਨਾ ਲੈਣ। ਬਾਰੰਬਾਰ ਮਾਇਆ ਤੇ ਅਟਕੈ, ਮਾਇਆਵੀ ਪਦਾਰਥਾਂ ਦੇ ਮੋਹ ਨੂੰ, ਸੰਸਾਰਕ ਮੋਹ ਨੂੰ ਇੱਕ ਪਾਸੇ ਛੱਡਦਾ ਹੈ, ਔਰ ਨਰਜਾ ਕਹਿੰਦੇ ਨੇ ਤੱਕੜੀ ਨੂੰ, ਔਰ ਤੱਕੜੀ ਲੈ ਕੇ ਆਪਣੇ ਮਨ ਨੂੰ ਤੋਲਦਾ ਰਹਿੰਦਾ ਹੈ, ਬਲਕਿ ਪੜਤਾਲਦਾ ਰਹਿੰਦਾ ਹੈ ਕਿ ਮੈਂ ਗੁਰੂ ਦੇ ਸ਼ਬਦਾਂ ਅਨੁਸਾਰੀ ਜੀਵਨ ਜੀਉ ਰਿਹਾ ਹਾਂ ਕਿ ਨਹੀਂ। ਜਹ ਉਹ ਜਾਏ ਤਹੀ ਸੁਖ ਪਾਵੈ, ਮਾਇਆ ਤਾਸ ਨਾ ਝੋਲੇ ਦੇਵ। ਇਸ ਤਰ੍ਹਾਂ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਜੀਵ ਜਿੱਥੇ ਵੀ ਜਾਂਦਾ ਹੈ ਆਤਮਿਕ ਸੁਖ ਦੀ ਪ੍ਰਾਪਤੀ ਕਰਦਾ ਹੈ, ਔਰ ਜਿਹੜੀ ਮਾਇਆ ਹੈ, ਮਾਇਆਵੀ ਮੋਹ ਹੈ ਜਿਹੜਾ, ਉਸ ਨੂੰ ਚਲਾਉਂਦਾ ਨਹੀਂ, ਉਸ ਨੂੰ ਭਰਮਾਉਂਦਾ ਨਹੀਂ ਹੈ। हे ਪ੍ਰਭੂ ਜੀ, ਜਿਸ ਦੇ ਹਿਰਦੇ ਵਿੱਚ ਇਹ ਸ਼ੁਭ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਜਿੱਥੇ ਵੀ ਜਾਂਦਾ ਹੈ ਆਤਮਿਕ ਤੌਰ ਤੇ ਸੁਖ ਮਾਣਦਾ ਹੈ, ਤੇ ਮਾਇਆਵੀ ਪਦਾਰਥਾਂ ਦਾ, ਸੰਸਾਰਿਕ ਪਦਾਰਥਾਂ ਦਾ ਮੋਹ ਜਿਹੜਾ ਹੈ ਉਹਨੂੰ ਡੁਲਾ ਨਹੀਂ ਸਕਦਾ। ਕਹਿ ਕਬੀਰ ਮੇਰਾ ਮਨ ਮਾਨਿਆ, RAM ਪ੍ਰੀਤ ਕੀਓ ਲੈ ਦੇਵ। हे ਪ੍ਰਕਾਸ਼ ਰੂਪ ਜੀਓ, ਜਿਨ੍ਹਾਂ ਨੇ ਪ੍ਰਭੂ ਪਿਆਰੇ ਦੀ ਪ੍ਰੀਤ ਨੂੰ ਆਪਣਾ ਆਸਰਾ ਬਣਾ ਲਿਆ, ਉਹਨਾਂ ਦਾ ਮਨ ਜਿਹੜਾ ਉਹ ਪਤੀ ਜਾਂਦਾ ਹੈ। ਫਿਰ ਉਹ ਕਿਸੇ ਨੂੰ ਯਕੀਨ ਨਹੀਂ ਦਿਵਾਉਂਦੇ, ਉਹ ਕਹਿੰਦੇ ਨੇ ਮਨ ਮਾਨਾ ਲੋਗ ਨਾ ਭਤੀਜੈ, ਨਾ ਭਤੀਜੇ ਤਾਉ ਕਿਆ ਕੀਜੈ, ਬਲਕਿ ਉਹ ਆਤਮਿਕ ਸੁਖ ਨੂੰ ਮਾਣਦੇ ਨੇ, ਆਤਮਿਕ ਖੇੜੇ ਨੂੰ ਮਾਣਦੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਅੱਜ ਦੇ ਹੋਏ ਅੰਮ੍ਰਿਤ ਬਚਨਾਂ ਦੀ ਵਿਚਾਰ ਸਿਮਰਨ ਬਣ ਕੇ ਆਪਾਂ ਸਾਰਿਆਂ ਦੇ ਹਿਰਦਾਂ ਵਿੱਚ ਵਸ ਜਾਵੇ। ਕੋਟਾਨ-ਕੋਟ ਧੰਨਵਾਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਦੇ ਸਦਕਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸ਼ੁਭ ਅਵਸਰ ਦੇ ਕੇ ਨਵਾਜਿਆ, ਔਰ ਆਪ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਕਰਨ ਦਾ ਯਤਨ ਕੀਤਾ ਹੈ। ਅਲਪਗ ਬੁੱਧੀ ਵਾਲਾ ਜੀਵ ਹਾਂ, ਗੁਰੂ ਦੀ ਵਡਿਆਈ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਔਰ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ ਜੀ। ਜਹ ਉਹ ਜਾਏ ਤਹੀ ਸੁਖ ਪਾਵੈ, ਮਾਇਆ ਤਾਸ ਨਾ ਝੋਲੇ ਦੇਵ। ਕਹਿ ਕਬੀਰ ਮੇਰਾ ਮਨ ਮਾਨਿਆ,
ਰਾਮ ਪ੍ਰੀਤ ਕੀਓ ਲੈ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।